नमस्कार प्यारे विद्यार्थियों। ਅੱਜ ਆਪਾਂ ਪੜਾਂਗੇ ਸੰਖਿਆਵਾਂ ਬਾਰੇ। ਸੰਖਿਆਵਾਂ ਜਿਵੇਂ ਕਿ ਪ੍ਰਾਕਿਰਤਿਕ ਸੰਖਿਆਵਾਂ, ਫਿਰ ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ, ਪ੍ਰਮੇਯ ਸੰਖਿਆਵਾਂ, ਅਪਰਮੇਯ ਸੰਖਿਆਵਾਂ ਅਤੇ ਬਾਅਦ ਵਿੱਚ ਵਾਸਤਵਿਕ ਸੰਖਿਆਵਾਂ। ਇਹਨਾਂ ਦੇ ਬਾਰੇ ਅੱਜ ਆਪਾਂ ਪੂਰੀ ਡਿਟੇਲ ਵਿੱਚ ਗੱਲ ਕਰਾਂਗੇ। ਤਾਂ ਸਭ ਤੋਂ ਪਹਿਲਾਂ ਪ੍ਰਾਕਿਰਤਿਕ ਸੰਖਿਆਵਾਂ ਬਾਰੇ ਦੇਖਦੇ ਹਾਂ। ਪ੍ਰਾਕਿਰਤਿਕ ਸੰਖਿਆਵਾਂ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ। ਪ੍ਰਾਕਿਰਤਿਕ ਸੰਖਿਆਵਾਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ ਕਿ ਪ੍ਰਾਕਿਰਤਿਕ ਦਾ ਮਤਲਬ ਸਾਡਾ ਆਲਾ ਦੁਆਲਾ, ਜੋ ਸੰਖਿਆਵਾਂ ਦੀ ਵਰਤੋਂ ਅਸੀਂ ਆਲੇ ਦੁਆਲੇ ਦੀਆਂ ਕਿਸੇ ਵੀ ਵਸਤੂ, ਚੀਜ਼ਾਂ, ਆਦਮੀ, ਜੋ ਵੀ ਆਪਣੇ ਆਲੇ ਦੁਆਲੇ ਵਿੱਚ ਪਈਆਂ ਵਸਤੂਆਂ ਨੂੰ ਗਿਣਨ ਲਈ ਆਪਾਂ ਕਰਦੇ ਹਾਂ, ਉਹਨਾਂ ਸੰਖਿਆਵਾਂ ਨੂੰ ਪ੍ਰਾਕਿਰਤਿਕ ਸੰਖਿਆਵਾਂ ਕਹਿੰਦੇ ਹਨ। ਜਿਸ ਤਰ੍ਹਾਂ 1 2 3 4 5 ਇਸ ਤਰ੍ਹਾਂ ਸਾਰੀਆਂ ਸੰਖਿਆਵਾਂ ਦੀ ਵਰਤੋਂ ਆਪਾਂ ਪ੍ਰਾਕਿਰਤਿਕ ਵਿੱਚ ਪਈਆਂ ਵਸਤੂਆਂ ਨੂੰ ਗਿਣਨ ਲਈ ਆਪਾਂ ਕਰਦੇ ਹਾਂ, ਤਾਂ ਇਸ ਲਈ ਇਹਨਾਂ ਨੂੰ ਪ੍ਰਾਕਿਰਤਿਕ ਸੰਖਿਆਵਾਂ ਕਹਿੰਦੇ ਹਨ। ਜਿਵੇਂ ਕਿ ਆਪਾਂ 2 ਮੇਜ਼, 5 ਕੁਰਸੀਆਂ, 2 ਪੱਖੇ, ਇਸ ਤਰ੍ਹਾਂ ਜੋ ਵੀ ਜਿਨ੍ਹਾਂ ਵੀ ਸੰਖਿਆਵਾਂ ਦੀ ਵਰਤੋਂ ਆਪਾਂ ਪ੍ਰਾਕਿਰਤਿਕ ਵਿੱਚ ਪਈਆਂ ਵਸਤੂਆਂ ਨੂੰ ਗਿਣਨ ਲਈ ਕਰਦੇ ਹਾਂ ਤਾਂ ਉਹਨਾਂ ਨੂੰ ਪ੍ਰਾਕਿਰਤਿਕ ਸੰਖਿਆਵਾਂ ਕਹਿੰਦੇ ਹਾਂ। ਤਾਂ ਇਸ ਵਿੱਚ ਜ਼ੀਰੋ ਜਾਂ ਰਿਣਾਤਮਕ ਸੰਖਿਆਵਾਂ ਨਹੀਂ ਹੁੰਦੀਆਂ, ਇਹ ਸਿਰਫ ਧਨਾਤਮਕ ਸੰਖਿਆਵਾਂ ਹੀ ਹੁੰਦੀਆਂ ਹਨ। ਤਾਂ ਇਸ ਤੋਂ ਅੱਗੇ ਆਪਾਂ ਕਰਾਂਗੇ ਪੂਰਨ ਸੰਖਿਆਵਾਂ। ਪੂਰਨ ਸੰਖਿਆਵਾਂ ਵਿੱਚ ਆਪਾਂ ਜ਼ੀਰੋ ਨੂੰ ਮਿਲਾ ਲੈਂਦੇ ਹਾਂ ਅਤੇ ਬਾਕੀ ਉਸੇ ਤਰ੍ਹਾਂ ਹੀ ਇਸ ਤਰ੍ਹਾਂ ਇਹ ਕੀ ਹੋ ਜਾਣੀਆਂ ਹਨ, ਆਪਣੇ ਕੋਲ ਪੂਰਨ ਸੰਖਿਆਵਾਂ ਹੋ ਗਈਆਂ ਹਨ। ਸੰਪੂਰਨ ਸੰਖਿਆਵਾਂ। ਸੰਪੂਰਨ ਸੰਖਿਆਵਾਂ ਵਿੱਚ ਆਪਣੇ ਕੋਲ ਰਿਣਾਤਮਕ, ਜ਼ੀਰੋ ਅਤੇ ਧਨਾਤਮਕ ਸੰਖਿਆਵਾਂ ਹੁੰਦੀਆਂ ਹਨ, ਜਿਸ ਨੂੰ ਸੰਪੂਰਨ ਸੰਖਿਆਵਾਂ ਆਪਾਂ ਕਹਿੰਦੇ ਹਾਂ। ਅੱਗੇ ਆਪਾਂ ਚੱਲਦੇ ਹਾਂ ਪ੍ਰਮੇਯ ਸੰਖਿਆਵਾਂ। ਪ੍ਰਮੇਯ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਆਪਾਂ P/Q ਦੀ ਫਾਰਮ ਵਿੱਚ ਲਿਖ ਸਕਦੇ ਹਾਂ, ਜਿੱਥੇ ਕਿ Q 0 ਦੇ ਬਰਾਬਰ ਨਾ ਹੋਵੇ। ਤਾਂ ਆਪਾਂ ਦੇਖੋ 1/2, 3/2, 3/5। ਇਸੇ ਤਰ੍ਹਾਂ ਜੇਕਰ ਮੈਥ ਦੀ 1/2, ਮੈਂ 3/5, ਇਹ ਸਾਰੀਆਂ ਸੰਖਿਆਵਾਂ ਕੀ ਹਨ, ਪ੍ਰਮੇਯ ਸੰਖਿਆਵਾਂ ਹਨ। ਆਪਾਂ ਅੱਗੇ ਇਹਨਾਂ ਦੇ ਬਾਰੇ ਵੀ ਕਿਹੜੀਆਂ ਸੰਖਿਆਵਾਂ ਪ੍ਰਮੇਯ ਸੰਖਿਆਵਾਂ ਹੁੰਦੀਆਂ ਹਨ, ਇਹਨਾਂ ਬਾਰੇ ਵੀ ਡਿਟੇਲ ਵਿੱਚ ਚਰਚਾ ਕਰਾਂਗੇ। ਤਾਂ ਆਪਣੇ ਕੋਲ ਹੁਣ ਅੱਗੇ ਆ ਗਈਆਂ ਹਨ ਅਪਰਮੇਯ ਸੰਖਿਆਵਾਂ। ਅਪਰਮੇਯ ਸੰਖਿਆਵਾਂ ਉਹ ਸਾਰੀਆਂ ਵਾਸਤਵਿਕ ਸੰਖਿਆਵਾਂ ਹੁੰਦੀਆਂ ਹਨ ਜਿਹੜੀਆਂ ਕਿ ਪ੍ਰਮੇਯ ਸੰਖਿਆਵਾਂ ਨਹੀਂ ਹੁੰਦੀਆਂ। ਪ੍ਰਮੇਯ ਸੰਖਿਆਵਾਂ ਨੂੰ ਛੱਡ ਕੇ ਜੋ ਵੀ ਸੰਖਿਆਵਾਂ ਵਾਸਤਵਿਕ ਸੰਖਿਆਵਾਂ ਨੂੰ ਆਪਾਂ ਕੀ ਬੋਲਦੇ ਹਨ, ਅਪਰਮੇਯ ਸੰਖਿਆਵਾਂ। ਹੁਣ ਆਪਾਂ ਦੇਖਦੇ ਹਾਂ ਕਿ ਇਹ ਕਿਸ ਤਰ੍ਹਾਂ ਦੀਆਂ ਹੁੰਦੀਆਂ ਹਨ। ਜਿਸ ਤਰ੍ਹਾਂ √3, √5, √7, ਪਾਈ, ਇਸ ਤਰ੍ਹਾਂ ਦੀਆਂ ਬਹੁਤ ਸਾਰੀਆਂ ਸੰਖਿਆਵਾਂ ਨੂੰ ਆਪਾਂ ਅਪਰਮੇਯ ਸੰਖਿਆਵਾਂ ਕਹਿੰਦੇ ਹਾਂ। ਇਸ ਤਰ੍ਹਾਂ ਆਪਾਂ ਵਾਸਤਵਿਕ ਸੰਖਿਆਵਾਂ ਪਤਾ ਕਰਦੇ ਹਾਂ। ਇਹਨਾਂ ਸਾਰੀਆਂ ਸੰਖਿਆਵਾਂ ਨੂੰ ਵਾਸਤਵਿਕ ਸੰਖਿਆਵਾਂ ਆਪਾਂ ਬੋਲਦੇ ਹਾਂ। ਤਾਂ ਵਾਸਤਵਿਕ ਸੰਖਿਆਵਾਂ ਵਿੱਚ ਸਾਰੀਆਂ ਸੰਖਿਆਵਾਂ ਪ੍ਰਾਕਿਰਤਿਕ ਸੰਖਿਆਵਾਂ, ਪੂਰਨ ਸੰਖਿਆਵਾਂ, ਸੰਪੂਰਨ ਸੰਖਿਆਵਾਂ, ਪ੍ਰਮੇਯ ਸੰਖਿਆਵਾਂ, ਅਪਰਮੇਯ ਸੰਖਿਆਵਾਂ, ਸਾਰੀਆਂ ਸੰਖਿਆਵਾਂ ਵਿੱਚ ਵਾਸਤਵਿਕ ਸੰਖਿਆਵਾਂ ਆ ਜਾਂਦੀਆਂ ਹਨ। ਤਾਂ ਚਲੋ ਹੁਣ ਆਪਾਂ ਇਸ ਨੂੰ ਸੌਖੇ ਤਰੀਕੇ ਨਾਲ ਇੱਕ
बहुत ही सौखे तरीके नाल आपां दर्शाउने हाँ। सब तो पहला आपां प्राकृतिक संख्यावां लैंदे हाँ। मन के चलदे हाँ आपां प्राकृतिक संख्यावां विच की आवेगा 1 2 3 4 एक्स्ट्रा। इस तरह अगे ही वाधा जाएगा इनफिनिटी तक प्राकृतिक संख्या विच आ जाएगा। जेकर आपां इसी तरह ही इस विच 0 नूं जोड़ दिए तां वो की बन जाएगी अपने कोले पूर्ण संख्या। पूर्ण संख्या विच हुण ध्यान देण जो गल यह है कि पूर्ण संख्या विच 1 2 3 4 तो होवेगा ही होवेगा ते नाल की होवेगा अपने कोले 0 भी विच इनकलूड हो जाएगी, 0 विच आ जाएगी। इसी तरह ही जेकर आपां संपूर्ण संख्या की गल करिए, संपूर्ण संख्या विच अपने कोले 0 1 2 3 ये संख्यावां तो होणगियां ही होणगियां, नाल इस दे विच माइनस दीयां संख्यावां भी अपने कोले आ जाणगियां। इस तरह हाँ ये सारे अपने किहदा सैट हो गया है, संपूर्ण संख्यावां दा सैट हो गया है। हुण आपां गल करदे हां प्रमेय संख्यावां। प्रमेय संख्यावां तां आह वालियां संख्यावां सारियां प्रमेय संख्या हुंदियां हन, क्योंकि आपां देखो प्रमेय संख्या किस तरह की हुंदी है P बटा Q की फॉर्म विच। तां आपां जे मन के चलदे हां 4 लेके चलदे हां तां 4 नूं आपां की लिख सकदे हां 4 बटा 1 लिख सकदे हां। 3 लेके चलदे हां तां 3 नूं आपां की लिख सकदे हां 3 बटा 1। तां इस तरह ये सारियां संख्यावां प्रमेय संख्यावां हुंदियां हन। तां देखो माइनस 5 लेके 5 नूं आपां माइनस 5 बटा 1 लिख सकते हाँ। तां ये सारियां P बटा Q फॉर्म विच हैगियां हन, इसलिए आह वालियां सारियां संख्यावां प्रमेय संख्यावां हुंदियां हन। तां हुण अपने कोले एक अलग सैट हुंदा है अप्रमेय संख्यावां। अप्रमेय संख्यावां इन्हां दे विच नहीं आउंदियां। अप्रमेय संख्यावां दा अपना ही एक सैट हुंदा है जिस विच पाई आ गया, √2 √3 √5 आ गया है। इस तरह इसनूं अप्रमेय संख्या बोलते हैं। हुण जेकर आपां इस सारे नूं इनकलूड कर लईए तां इह अपने कोले वास्तविक संख्यावां आ जाणगियां। ਤਾਂ देखो हुण सब तो छोटियां प्राकृतिक संख्यावां जिस दे विच 1 2 3 4 नंबर हुंदे हन, ते उसी तरह जेकर आपां इस विच इन्हां प्राकृतिक संख्यावां विच 0 नूं जोड़ दिंदे हां तां उस नूं आपां की बोलदे हां पूर्ण संख्या बोलदे हां। ते इसी तरह ही जेकर पूर्ण संख्या यानी कि प्राकृतिक संख्या 0 ते नैगेटिव जोड़ दईए तां नैगेटिव संख्यावां ऋणात्मक संख्यावां आपां जोड़ दईए तां वो संपूर्ण संख्या बन जाएगी। तो आपको पता ही है सारिया संपूर्ण संख्यावां आप P बटा Q की फॉर्म में लिख सकते हाँ, क्योंकि कोई भी संख्या होंगी है जो आप नीचे 1 लगा दीए तो वह की हो जाएगा प्रमेय संख्या के रूप में आ जाएगी। इसी तरह अप्रमेय संख्या पाई √2 √3 √5 इसनों आप अप्रमेय संख्यावां बोलते हैं। तो इन्हां सारिਆਂ ਦੇ इकट्ठ ਨੂੰ ਆਪਾਂ वास्तविक संख्यावां बोलते हैं। ये सी अपने कोले संख्यावां। हुण आपां इन्हां संख्यावां दे उपर कुछ महत्वपूर्ण प्रश्न उत्तर हल करते हैं, देखते हैं कि आपां अज दे लैक्चर विच की सिक्ख्या है। तो सब तो पहला आपां प्रश्न लैने हाँ, ध्यान नाल समझ के करना है कि सारियां पूर्ण संख्यावां संपूर्ण संख्यावां हुंदियां हन। कि सारियां पूर्ण संख्यावां देखो कि सारियां पूर्ण संख्यावां संपूर्ण संख्यावां अपने कोले ये पईयां हन, तां इस दे विच पूर्ण संख्यावां आ रहीआं हन। तां आपां कह सकदे हां कि सारियां पूर्ण संख्यावां संपूर्ण संख्यावां हुंदियां हन, क्योंकि अपने कोले पूर्ण संख्या दे विच संपूर्ण संख्या दे विच पूर्ण संख्या आ रही है। तो आप इसका करांगे आंसर कि सारियां पूर्ण संख्यावां संपूर्ण संख्यावां हुंदियां हन। तो आंसर इसदा होगा सही।
ਹੁਣ ਆਪਾਂ ਕੀ ਦੇਖਦੇ ਹਾਂ ਕਿ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆਵਾਂ ਹੁੰਦੀਆਂ ਹਨ। ਤਾਂ ਦੇਖੋ, ਪ੍ਰਾਕਿਰਤਿਕ ਸੰਖਿਆ ਛੋਟੀ ਹੈ ਅਤੇ ਪੂਰਨ ਸੰਖਿਆ ਵਿੱਚ 0 1 2 3 4 ਇਸ ਤਰ੍ਹਾਂ ਆਉਂਦੇ ਹਨ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਸਾਰੀਆਂ ਪ੍ਰਾਕਿਰਤਿਕ ਸੰਖਿਆਵਾਂ ਪੂਰਨ ਸੰਖਿਆ ਦੇ ਵਿੱਚ ਆਉਂਦੀਆਂ ਹਨ। ਤਾਂ ਇਹ ਵੀ ਆਨਸਰ ਆਪਾਂ ਕੋਲ ਕੀ ਆ ਜਾਵੇਗਾ, ਸਹੀ ਹੈ। ਹੁਣ ਆਪਾਂ ਦੇਖਦੇ ਹਾਂ ਕਿ ਅਪਰਮੇਯ ਸੰਖਿਆਵਾਂ ਨੂੰ ਵਾਸਤਵਿਕ ਸੰਖਿਆਵਾਂ ਕਿਹਾ ਜਾ ਸਕਦਾ ਜਾਂ ਵਾਸਤਵਿਕ ਸੰਖਿਆਵਾਂ ਹੁੰਦੀਆਂ ਹਨ। ਤਾਂ ਆਪਾਂ ਨੂੰ ਪਤਾ ਹੈ ਕਿ ਵਾਸਤਵਿਕ ਸੰਖਿਆਵਾਂ ਵਿੱਚ ਸਾਰੀਆਂ ਸੰਖਿਆਵਾਂ ਆ ਜਾਂਦੀਆਂ ਹਨ। ਇਸ ਦੇ ਵਿੱਚ ਅਪਰਮੇਯ ਸੰਖਿਆ ਵੀ ਆ ਸਕਦੀ ਹੈ। ਤਾਂ ਇਸ ਤਰ੍ਹਾਂ ਅਸੀਂ ਕਹਿ ਸਕਦੇ ਹਾਂ ਕਿ ਅਪਰਮੇਯ ਸੰਖਿਆ ਇੱਕ ਵਾਸਤਵਿਕ ਸੰਖਿਆ